हाँ जी, सत श्री अकाल जी। स्वागत है तुहाडा सारिਆਂ ਦਾ जी मलूका IAS पंजाबी एडिटोरीअल एनालिसिस की क्लास ਦੇ ਵਿੱਚ। ਤੇ ਜਿਵੇਂ ਇਸ ਤੋਂ ਪਹਿਲਾਂ ਆਪਾਂ 2-3 ਇੰਪੋਰਟੈਂਟ ਟੌਪਿਕਸ ਡਿਸਕਸ ਕੀਤੇ ਨੇ ਇੱਥੇ ਐਡੀਟੋਰੀਅਲਸ ਦੇ, ਉਸੇ ਤਰ੍ਹਾਂ ਅੱਜ ਵੀ ਇੱਕ ਬਹੁਤ ਇੰਪੋਰਟੈਂਟ ਟੌਪਿਕ ਹੈ ਜੋ ਸਾਡੇ ਮੇਨਸ ਪਲੱਸ ਪ੍ਰੀ ਦੇ ਲਈ ਤੁਹਾਨੂੰ ਇਹਦੇ 'ਚੋਂ ਬਹੁਤ ਇਨਫੋਰਮੇਸ਼ਨ ਮਿਲਣੀ ਹੈ। ਸਿਰਫ ਮੇਨਸ ਪੇਪਰ ਲਈ ਰੈਲੇਵੈਂਟ ਨਹੀਂ, ਇਹਦੇ 'ਚ ਬਹੁਤ ਇੱਦਾਂ ਦੀ ਇਨਫੋਰਮੇਸ਼ਨ ਤੁਹਾਨੂੰ ਮਿਲੂ ਜੋ ਪ੍ਰੀ ਪੁਆਇੰਟ ਆਫ ਵਿਊ ਤੋਂ ਵੀ ਸਾਡੇ ਲਈ ਬਹੁਤ ਇੰਪੋਰਟੈਂਟ ਆ, ਉਹ ਚਾਹੇ UPSC ਆ ਚਾਹੇ ਸਟੇਟ PCS ਆ। ਪਲੱਸ ਜੋ ਇਹ ਟੌਪਿਕ ਹੈ, ਟੌਪਿਕ ਦਾ ਸਾਡੇ ਦਾ ਟਾਈਟਲ ਹੈ आओ अपने मीडिया नूं मजबूत करिए। मतलब ये गल करूगा जी मीडिया की ਜਾਂ ਸਾਡੀ ਪ੍ਰੈਸ, ਆਪਾਂ ਪ੍ਰੈਸ ਦੀ ਗੱਲ ਕਰ ਲਈਏ, ਠੀਕ ਹੈ ਜੀ। ਤੇ ਬਿਫੋਰ ਵੀ ਸਟਾਰਟ ਵਿਦ ਆਰ ਐਨਾਲਿਸਿਸ, ਤੁਹਾਡੇ ਲਈ ਕੁਐਸਚਨ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਦੇਣਾ, ਤਾਂ ਉਸੇ ਅਕੋਰਡਿੰਗ ਤੁਸੀਂ ਇਸ ਐਨਾਲਿਸਿਸ ਨੂੰ, ਇਸ ਡਿਸਕਸ਼ਨ ਨੂੰ ਸਮਝਣਾ ਤੇ ਬਾਅਦ ਚੋਂ ਤੁਸੀਂ ਸਾਨੂੰ ਆਨਸਰ ਲਿਖ ਕੇ ਵੀ ਮੈਸੇਜ ਕਰਨਾ, ਠੀਕ ਹੈ ਜੀ। ਚਾਹੇ WhatsApp ਕਰੋ ਚਾਹੇ ਟੈਲੀਗ੍ਰਾਮ ਕਰੋ, ਨੰਬਰ ਤੁਹਾਨੂੰ ਪਤਾ ਤੁਹਾਡੇ ਕੋਲ ਹੈਗਾ ਵੀ ਆ, ਬਾਕੀ ਨੀਚੇ ਫਲੈਸ਼ ਵੀ ਹੋ ਰਿਹਾ ਸਾਡੀ ਸਕਰੀਨ ਤੇ ਤੁਹਾਡੀ ਤੇ। ਸੋ ਕੁਐਸਚਨ ਹੈ ਕਿ ਵਾਈ ਦ ਮੀਡੀਆ ਇਜ਼ ਕਾਲਡ ਫੋਰਥ ਪਿਲਰ ਆਫ ਡੈਮੋਕ੍ਰੇਸੀ। ਮੀਡੀਆ ਨੂੰ ਅਸੀਂ ਜਮਹੂਰੀਅਤ, ਅਸੀਂ ਡੈਮੋਕ੍ਰੇਸੀ ਦਾ ਚੌਥਾ ਸਤੰਭ ਕਿਉਂ ਮੰਨਦੇ ਹਾਂ, ਠੀਕ ਹੈ ਜੀ, ਜਾਂ ਲੋਕਤੰਤਰ ਦਾ ਚੌਥਾ ਸਤੰਭ ਕਿਉਂ ਕਹਿੰਦੇ ਆ। ਦੈਨ ਇਨ ਦ ਕੰਟੈਕਸਟ ਆਫ ਇੰਡੀਆ what are the major threats the press is facing today। मतलब इंडिया के संदर्भ में, भारत के संदर्भ में मीडिया किहड़े खतरे फेस कर रहा, उन्हां बारे चर्चा करो, ठीक है। एक क्वेश्चन तुसीं 200 तो 250 वर्ड्स दे विच लिख के मैसेज करना सानू, ते फिर आपां उहनूं इवैल्यूएट करांगे। प्लस उसे कॉन्टैक्सट दे विच तुसीं इहनूं समझना, इस एनालिसिस नूं। पहलां आपां कुछ प्री दे फैक्ट्स ने जिहड़े प्री पेपर लई रैलेवेंट ने, वो इस आर्टिकल दे विच ने, वो आपां डिस्कस करांगे। जो जो इंपॉर्टेंट चीज़ां ने आपां उही डिस्कस करांगे, आपां टाइम बाकी वाधू चीज़ां ते नहीं लावांगे। सब तो पहली गल इन्हां ने कही है कि भारत विच पहला अखबार बंगाल गजट, जिन्हों असीं बंगाल गैजट कहते हैं इंग्लिश दे विच, कलकत्ते तो जनवरी 1780 नूं जेम्स अगस्टस हिकी द्वारा पबलिश किया गया सी। वेरी इंपॉर्टेंट, ये पेपर 'च पूछा जाता कि द फस्ट न्यूज़पेपर इन इंडिया किहड़ा सी, वो सीगा जी बंगाल गैजट, ਜਾਂ कह लो बंगाल गजट, जिन्होंने पंजाबी 'ਚ कह दईए असीं। ते पबलिश किहने कीता सी, ਜਾਂ स्टार्ट किहने कीता सी, इट वाज स्टार्टड बाय जेम्स ऑगस्टस हिके, जो एक आयरलैंड का ਜਾਂ आयरिश एक इंडिविजुअल सी जो इंडिया ਦੇ ਵਿੱਚ ਰਹਿ ਰਿਹਾ ਸੀ। ਆਇਰਲੈਂਡ ਉਹਦਾ ਬੈਕਗਰਾਉਂਡ ਸੀ, ਉਹਦਾ ਆਇਰਲੈਂਡ ਤੋਂ, ਤੇ ਉਹਨੇ ਸਟਾਰਟ ਕੀਤਾ ਬੰਗਾਲ ਗੈਜਟ 1780 ਦੇ ਵਿੱਚ, ਠੀਕ ਹੈ ਜੀ। ਉਹਦੇ ਵਿੱਚ ਉਹਨੇ ਗੌਰਮੈਂਟ, ਕਹ ਲਓ ਆਮ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ, ਗੌਰਮੈਂਟ ਦਾ, ਜਾਂ ਉਹ, ਕਿਉਂਕਿ ਜੋ ਹੱਕਾਂ ਦੀ ਗੱਲ ਕਰਾਂਗੇ ਤਾਂ ਇਹ ਲਾਜ਼ਮੀ ਹੈ ਕਿ ਉਸ ਸਮੇਂ ਦੀਆਂ ਜੋ ਸਰਕਾਰਾਂ ਨੇ, ਜੋ ਹਕੂਮਤਾਂ ਨੇ, ਉਹਨਾਂ ਦੇ ਖਿਲਾਫ ਵੀ ਕੁਛ ਨਾ ਕੁਛ ਕਿਹਾ ਹੀ ਜਾਊ, ਕਿਉਂਕਿ ਉਹਨਾਂ ਦਾ ਜੋ ਕੰਮ ਕਰਨ ਦਾ ਤਰੀਕਾ ਹੁੰਦਾ ਉਹ ਸਾਰੇ ਹੱਕਾਂ ਦੀ ਜਾਂ ਲੋਕਾਂ ਦੇ ਹੱਕਾਂ ਨੂੰ ਦੀ ਪੂਰਤੀ ਨਹੀਂ ਕਰਦਾ। ਸੋ ਜਦੋਂ ਅਸੀਂ ਹੱਕਾਂ ਦੀ ਆਵਾਜ਼ ਉਠਾਉਣੀ ਆ ਤਾਂ ਸਾਨੂੰ ਹਾਕਮਾਂ ਦੇ, ਹਕੂਮਤਾਂ ਦੇ ਖਿਲਾਫ ਬੋਲਣਾ ਪੈਂਦਾ। ਸੋ ਇਹੀ ਜੇਮਸ ਔਗਸਟਸ ਹਿਕੇ ਨੇ ਆਪਣੇ ਬੰਗਾਲ ਗੈਜ਼ਟ ਦੇ ਵਿੱਚ ਕੀਤਾ, ਤੇ ਜਿਹਦਾ ਨਤੀਜਾ ਕੀ ਹੋਇਆ ਕਿ 2 ਸਾਲਾਂ ਦੇ ਬਾਅਦ ਇਸ ਅਖਬਾਰ ਨੂੰ ਬੰਦ ਕਰ ਦਿੱਤਾ ਗਿਆ। ਤੇ ਉਸ ਟਾਈਮ ਤੇ ਜੋ ਸਾਡੇ ਗਵਰਨਰ ਸੀ, ਕੌਣ ਸੀ ਜੀ, ਉਹ ਸੀਗੇ ਵਾਰਨ ਹੇਸਟਿੰਗ। ਉਸ ਸਮੇਂ ਦੇ ਗਵਰਨਰ ਜਨਰਲ ਵਾਰਨ ਹੇਸਟਿੰਗ ਤੋਂ ਲੈ ਕੇ ਜਿਹੜੇ ਹੋਰ ਕੰਪਨੀ, ਇੰਗਲਿਸ਼ ਈਸਟ ਇੰਡੀਆ ਕੰਪਨੀ ਦੇ ਜਿਹੜੇ ਹੋਰ ਅਧਿਕਾਰੀ ਸੀ, ਉਹਨਾਂ ਨੇ ਵੀ ਇਹਦੇ ਖਿਲਾਫ ਕਹਿ ਲਓ ਵੀ ਐਕਟੀਵਿਟੀਆਂ, ਆਪਣੇ ਐਕਸ਼ਨ ਸ਼ੁਰੂ ਕੀਤੇ। ਤਾਂ ਉਹਦੇ ਨਾਲ ਕੀ ਹੋਇਆ, 2 ਸਾਲਾਂ ਦੇ ਬਾਅਦ ਇਹ ਜੋ ਅਖਬਾਰ ਆ ਬੰਗਾਲ ਗੈਜਟ, ਇਹਨੂੰ ਬੰਦ ਕਰ ਦਿੱਤਾ ਗਿਆ। ਪਲੱਸ ਇਸ ਦੇ ਮੁਕਾਬਲੇ ਵਿੱਚ ਕੰਪਨੀ ਨੇ, ਜੋ ਉਸ ਸਮੇਂ ਦੀ ਹਕੂਮਤ ਸੀ ਇੰਗਲਿਸ਼ ਈਸਟ ਇੰਡੀਆ ਕੰਪਨੀ, ਉਹਨਾਂ ਨੇ ਇਸ ਅਖਬਾਰ ਦੀ ਜਿਹੜੀ ਲੋਕਪ੍ਰਿਯਤਾ ਲੋਕਾਂ ਦੇ ਵਿੱਚ ਜਿਹੜੀ ਸੀਗੀ ਉਸ ਨੂੰ ਘਟਾਉਣ ਦੇ ਲਈ ਇੱਕ ਨਵਾਂ ਨਿਊਜ਼ਪੇਪਰ ਉਹਨਾਂ ਨੇ ਸਟਾਰਟ ਕੀਤਾ, ਉਹਦਾ ਨਾਂ ਰੱਖਿਆ ਇੰਡੀਆ ਗੈਜ਼ਟ। ਵੈਰੀ ਇੰਪੋਰਟੈਂਟ, ਇਹ ਦੋਨੋਂ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਤੁਹਾਨੂੰ ਪੁੱਛਿਆ ਐਵੇਂ ਵੀ ਜਾ ਸਕਦਾ ਕਿ ਇੰਡੀਆ ਗੈਜ਼ਟ ਵਾਜ਼ ਦ ਫਸਟ ਇੰਡੀਅਨ ਨਿਊਜ਼ਪੇਪਰ, ਨਹੀਂ, ਇਹ ਫਸਟ ਨਹੀਂ ਸੀ, ਫਸਟ ਸੀਗਾ ਬੰਗਾਲ ਗੈਜ਼ਟ, ਜਿਹਦੀ ਲੋਕਪ੍ਰਿਯਤਾ, ਜਿਹਦੀ ਲੋਕਾਂ ਦੇ ਵਿੱਚ ਜਿਹੜੀ ਉਹਦੀ ਐਕਸੈਪਟੈਂਸ ਸੀ, ਲੋਕਾਂ ਦੇ ਵਿੱਚ ਜਿਹੜੀ ਉਹਦੀ ਜਿੰਨਾ ਉਹ ਫੇਮਸ ਹੋਇਆ ਸੀ, ਉਸ ਚੀਜ਼ ਨੂੰ ਘਟਾਉਣ ਦੇ ਲਈ ਇੰਗਲਿਸ਼ ਈਸਟ ਇੰਡੀਆ ਕੰਪਨੀ ਨੇ ਇੱਕ ਨਵਾਂ ਨਿਊਜ਼ਪੇਪਰ ਸਟਾਰਟ ਕੀਤਾ ਜਿਹਦਾ ਨਾਂ ਸੀ ਇੰਡੀਆ ਗੈਜ਼ਟ, ਠੀਕ ਹੈ ਜੀ। ਇਹ ਸਾਡੇ ਲਈ ਇੰਪੋਰਟੈਂਟ ਆ। ਫਿਰ ਆਪਾਂ ਗੱਲ ਕਰਦੇ ਹਾਂ ਉਹਦੇ ਬਾਅਦ, ਜਦੋਂ ਡਿਊਰਿੰਗ ਦਾ ਇੰਡੀਪੈਂਡੈਂਸ ਮੂਵਮੈਂਟ, ਜੋ ਸਾਡੀ ਆਜ਼ਾਦੀ ਦੀ ਲੜਾਈ ਆ, ਉਹਦੇ ਦੌਰਾਨ ਬਹੁਤ ਸਾਰੇ
ਅਖਬਾਰ ਸਾਡੇ ਲੀਡਰਾਂ ਨੇ ਵੀ ਸਟਾਰਟ ਕੀਤੇ ਨੇ, ਉਹਨਾਂ 'ਚੋਂ ਕੁਝ ਇੰਪੋਰਟੈਂਟ ਜਿਹੜੇ ਨਿਊਜ਼ਪੇਪਰ ਨੇ ਉਹਨਾਂ ਦੀ ਗੱਲ ਕਰਾਂਗੇ। ਇਹ ਵੀ ਪੇਪਰ ਦੇ ਵਿੱਚ ਮੈਚ ਦਾ ਫੋਲੋਇੰਗ ਦੇ ਵਿੱਚ ਪੁੱਛੇ ਜਾ ਸਕਦੇ ਨੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਵਾਹਰ ਲਾਲ ਨਹਿਰੂ ਦੀ। ਉਹਨਾਂ ਨੇ ਨੈਸ਼ਨਲ ਹੈਰਲਡ, ਇਹ ਹੁਣ ਵੀ ਕਾਂਗਰਸ ਪਾਰਟੀ ਨੇ ਇਹਦੇ ਲਈ, ਨੈਸ਼ਨਲ ਹੈਰਲਡ ਦੇ ਲਈ ਪਿੱਛੇ ਜੇ ਇਹਨਾਂ ਦੇ ਖਿਲਾਫ ਇੱਕ ਕੇਸ ਚੱਲ ਰਿਹਾ, ਇਹਨਾਂ ਦੀਆਂ ਨੈਸ਼ਨਲ ਹੈਰਲਡ ਦੀਆਂ ਕੁਝ ਐਕਟੀਵਿਟੀਜ਼ ਕਰਕੇ, ਉਹਦੇ 'ਚ ਕਹਿ ਲਓ ਕੁਝ ਫੰਡਸ ਦੀ ਮਿਸ ਐਪਰੋਪ੍ਰੀਏਸ਼ਨ ਹੋਈ ਹੈ ਨਾ, ਉਹਦੇ ਕੰਟੈਕਸਟ ਦੇ ਵਿੱਚ ਇਹਨਾਂ ਦਾ ਇੱਕ ਕੇਸ ਚੱਲ ਰਿਹਾ, ਜਾਂ CBI ਇਨਵੈਸਟੀਗੇਟ ਕਰ ਰਹੀ ਆ, CBI ਨਹੀਂ ED ਕਰ ਰਹੀ ਹੈ, ਇਨਫੋਰਸਮੈਂਟ ਡਾਇਰੈਕਟੋਰੇਟ। ਸੋ ਇਹ ਨੈਸ਼ਨਲ ਹੈਰਲਡ ਹੁਣ ਵੀ ਕਾਫੀ ਨਿਊਜ਼ ਦੇ ਵਿੱਚ ਰਹਿੰਦਾ, ਤੇ ਓਰੀਜਨਲੀ ਇਟ ਵਾਸ ਸਟਾਰਟਡ ਬਾਈ ਜਵਾਹਰ ਲਾਲ ਨਹਿਰੂ। ਤੇ ਉਸ ਤੋਂ ਬਾਅਦ ਜੇ ਅਸੀਂ ਮਹਾਤਮਾ ਗਾਂਧੀ ਦੀ ਗੱਲ ਕਰੀਏ, ਉਹਨਾਂ ਨੇ ਕਿਹੜੇ ਨਿਊਜ਼ਪੇਪਰ ਸਟਾਰਟ ਕੀਤੇ ਨੇ, ਉਹਨਾਂ ਦੇ ਵਿੱਚੋਂ ਗੱਲ ਆਉਂਦੀ ਹੈ ਜੀ ਇੰਡੀਅਨ ਓਪੀਨੀਅਨ, ਫਿਰ ਆਉਂਦਾ ਯੰਗ ਇੰਡੀਆ, ਫਿਰ ਆਉਂਦਾ ਨਵ ਜੀਵਨ, ਤੇ ਫਿਰ ਆਉਂਦਾ ਹਰੀਜਨ। ਹਰੀਜਨ ਇਹਨਾਂ ਦਾ ਇੱਕ ਵੀਕਲੀ ਨਿਊਜ਼ਪੇਪਰ ਸੀ। ਇਹ 4 ਮੇਨ ਨਿਊਜ਼ਪੇਪਰ ਨੇ ਜੋ ਮਹਾਤਮਾ ਗਾਂਧੀ ਜੀ ਨੇ ਸਟਾਰਟ ਕੀਤੇ ਨੇ। ਕਿਹੜੇ ਨੇ? ਇੰਡੀਅਨ ਓਪੀਨੀਅਨ, ਯੰਗ ਇੰਡੀਆ, ਨਵ ਜੀਵਨ ਤੇ ਹਰੀਜਨ। ਫਿਰ ਆਪਾਂ ਗੱਲ ਕਰਦੇ ਹਾਂ ਰਾਮ ਮਨੋਹਰ ਲੋਹੀਆ ਦੀ ਗੱਲ ਕੀਤੀ ਇਹਨਾਂ ਨੇ। ਉਹਨਾਂ ਨੇ ਕਾਂਗਰਸ ਸੋਸ਼ਲਿਸਟ ਨਾਮ ਦਾ ਇੱਕ ਨਿਊਜ਼ਪੇਪਰ ਸਟਾਰਟ ਕੀਤਾ ਸੀ। ਕਾਂਗਰਸ ਸੋਸ਼ਲਿਸਟ ਵਾਸ ਸਟਾਰਟਡ ਬਾਈ ਰਾਮ ਮਨੋਹਰ ਲੋਹੀਆ। ਇਹ ਜਿਹੜੇ ਫੈਕਟ ਨੇ ਜ਼ਰੂਰ ਨੋਟ ਕਰ ਲਿਓ, ਇਹ ਪ੍ਰੀ ਲਈ ਬਹੁਤ ਇੰਪੋਰਟੈਂਟ ਨੇ, ਇਹਨਾਂ ਜੋ ਜ਼ਰੂਰ ਇੱਕ ਨਾ ਇੱਕ ਕੁਐਸਚਨ, ਇੱਕ ਪੇਪਰ ਜੋ UPSC ਦੇ ਵਿੱਚ ਵੀ ਤੇ ਸਟੇਟ PCS ਦੇ ਵਿੱਚ ਵੀ ਇਹ ਕੁਐਸਚਨ ਪੁੱਛੇ ਜਾ ਸਕਦੇ ਨੇ, ਬਹੁਤ ਪ੍ਰੋਬੇਬਿਲਿਟੀ ਹੈ ਇਹਨਾਂ ਦੀ। ਫਿਰ ਆਪਾਂ ਗੱਲ ਕਰਦੇ ਹਾਂ ਜੀ ਮੌਲਾਨਾ ਅਬੁਲ ਕਲਾਮ ਆਜ਼ਾਦ। ਉਹਨਾਂ ਨੇ ਅਲ ਹਿਲਾਲ ਨਾਮ ਦਾ ਇੱਕ ਅਖਬਾਰ ਚਲਾਇਆ, ਕਹਿੰਦਾ ਨੇ ਮੌਲਾਨਾ ਅਬੁਲ ਕਲਾਮ ਆਜ਼ਾਦ ਜੀ ਨੇ। ਫਿਰ ਗੱਲ ਆਉਂਦੀ ਹੈ ਬਾਬਾ ਸਾਹਿਬ ਅੰਬੇਡਕਰ, BR ਅੰਬੇਦਕਰ ਜੀ ਨੇ। 4 ਨਿਊਜ਼ਪੇਪਰ ਉਹਨਾਂ ਦੇ ਇੰਪੋਰਟੈਂਟ ਨੇ ਕਿ ਮੂਕ ਨਾਇਕ, ਬਹਿਸ਼ਕ੍ਰਿਤ ਭਾਰਤ, ਜਨਤਾ, ਦੈਨ ਪ੍ਰਬੁੱਧਾ ਭਾਰਤ। ਠੀਕ ਹੈ ਜੀ, ਪ੍ਰਬੁੱਧਿਆ ਭਾਰਤ। ਇਹ ਜਿਹੜੇ 4 ਨਿਊਜ਼ਪੇਪਰ ਨੇ ਇਹ ਚਲਾਏ ਨੇ BR ਅੰਬੇਦਕਰ ਜੀ ਨੇ, ਜਿਹੜੇ ਡਿਪਰੈਸਡ ਕਲਾਸਿਸ ਜਾਂ ਦਲਿਤ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਸੀ ਚਾਰੋਂ ਇਹ। ਠੀਕ ਹੈ, ਤੇ ਫਿਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ। ਜਦੋਂ ਪੰਜਾਬ ਦੇ ਵਿੱਚ ਆਜ਼ਾਦੀ ਦੀ ਲਹਿਰ ਚੱਲੀ ਆ, ਉਹਦੇ 'ਚ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ, ਬਹੁਤ ਸਾਰੀਆਂ ਸੰਸਥਾਵਾਂ ਦੀ ਅਸੀਂ ਪੰਜਾਬ GK ਦੀਆਂ ਕਲਾਸਿਸ ਦੇ ਵਿੱਚ ਡਿਸਕਸ਼ਨ ਕੀਤੀ ਸੀ ਆਪਾਂ। ਤੇ ਉਹਨਾਂ ਦੇ ਵਿੱਚ ਇੱਕ ਆਉਂਦੀ ਆ ਗਦਰ ਪਾਰਟੀ, ਉਹਨਾਂ ਦਾ ਨਿਊਜ਼ਪੇਪਰ ਸੀ ਗਦਰ। ਤੇ ਉਸੇ ਤਰ੍ਹਾਂ ਅਕਾਲੀ ਮੂਵਮੈਂਟ ਚੱਲੀ ਆ, ਉਹਨਾਂ ਦਾ ਨਿਊਜ਼ਪੇਪਰ ਸੀ ਅਕਾਲੀ। ਇਹਨਾਂ ਦਾ ਵੀ ਬਹੁਤ ਇੰਪੋਰਟੈਂਟ ਰੋਲ ਰਿਹਾ। ਤੇ ਫਿਰ ਇਹ ਤਾਂ ਸਾਡੇ ਹੋ ਗਏ ਪ੍ਰੀ ਦੇ ਲਈ ਜੋ ਇੰਪੋਰਟੈਂਟ ਫੈਕਟਸ ਨੇ ਸਾਡੇ ਲਈ, ਉਹਨਾਂ ਦੀ ਆਪਾਂ ਗੱਲ ਕਰ ਲਈਏ। ਜ਼ਰੂਰ ਨੋਟ ਡਾਊਨ ਕਰ ਲਿਓ, ਕਿਤੇ ਵੀ ਜਿੱਥੇ ਵੀ ਤੁਸੀਂ ਨੋਟਸ ਬਣਾਉਂਦੇ ਹੋ ਉੱਥੇ ਇਹਨਾਂ ਚੀਜ਼ਾਂ ਨੂੰ ਐਡ ਕਰ ਲਿਓ, ਇਹਨਾਂ ਨੂੰ ਰਿਵਾਈਜ਼ ਕਰੋ, ਬਹੁਤ ਇੰਪੋਰਟੈਂਟ ਨੇ ਇਹ। ਤੇ ਫਿਰ ਆਪਾਂ ਗੱਲ ਕਰਦੇ ਹਾਂ ਵੀ ਕਿਵੇਂ ਜੋ ਸਾਡਾ ਮੀਡੀਆ ਹੈਗਾ ਉਹ ਅੱਜ ਕਿਹੜੇ ਥ੍ਰੈਟਸ ਫੇਸ ਕਰ ਰਿਹਾ, ਕੀ ਉਹਦੇ ਨਾਲ ਇਸ਼ੂਜ਼ ਨੇ, ਕਿਵੇਂ ਅਸੀਂ ਉਹਨਾਂ ਨੂੰ ਠੀਕ ਕਰ ਸਕਦੇ ਹਾਂ, ਜਾਂ ਅਸੀਂ ਮੀਡੀਆ ਨੂੰ, ਜਿਵੇਂ ਆਪਾਂ ਗੱਲ ਕੀਤੀ ਸੀ ਕਿ ਡੈਮੋਕ੍ਰੇਸੀ ਦਾ, ਲੋਕਤੰਤਰ ਦਾ ਚੌਥਾ ਸਤੰਭ ਕਿਉਂ ਕਹਿੰਦੇ ਆ, ਕੀ ਉਹਦਾ ਇੰਪੋਰਟੈਂਟ ਰੋਲ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ, ਜਿਵੇਂ ਆਪਾਂ ਨੂੰ ਪਤਾ ਕਿ ਹੁਣ ਰੀਸੈਂਟਲੀ ਜੋ ਵਰਲਡ ਪ੍ਰੈਸ ਫਰੀडम ਇੰਡੈਕਸ ਹੈ ਜੋ ਪਬਲਿਸ਼ ਕਰਦੇ, ਵਰਲਡ ਪ੍ਰੈਸ ਫਰੀडम ਇੰਡੈਕਸ 2022 ਦਾ ਜੋ ਹੋਇਆ, ਇਹ ਇੱਕ ਰਿਪੋਰਟਰਸ ਵਿਦਾਊਟ ਬਾਰਡਰਸ ਇੱਕ ਆਰਗੇਨਾਈਜੇਸ਼ਨ ਹੈ, ਇੱਕ NGO ਹੈ ਜਿਹਦਾ ਨਾਂ ਹੈ ਰਿਪੋਰਟਰਸ ਵਿਦਾਊਟ ਬਾਰਡਰਸ। ਉਹ ਇੰਸਟੀਟਿਊਸ਼ਨ ਹਰ ਸਾਲ ਇੱਕ ਇੰਡੈਕਸ ਪਬਲਿਸ਼ ਕਰਦਾ ਜਿਹਦਾ ਨਾਂ ਹੈ ਵਰਲਡ ਪ੍ਰੈਸ ਫਰੀडम ਇੰਡੈਕਸ। ਤੇ 2022 ਦੀ ਜਿਹੜੀ ਭਾਰਤ ਦੀ ਰੈਂਕਿੰਗ ਆ ਉਹ ਹੈ 180 ਕੰਟਰੀਜ਼ ਦੇ ਵਿੱਚੋਂ 150 ਨੰਬਰ। ਠੀਕ ਹੈ ਜੀ, 150ਵਾਂ ਸਥਾਨ ਆ ਭਾਰਤ ਦਾ। 180 ਦੇ ਵਿੱਚੋਂ ਵੀ ਆਰ ਐਟ 150th ਪੋਜੀਸ਼ਨ। ਇੰਨੀ ਪੂਅਰ ਪਰਫਾਰਮੈਂਸ ਆ, ਇੰਨੀ ਕਹਿ ਲਓ। ਜਦੋਂ ਅਸੀਂ ਗੱਲ ਕਰਦੇ ਹਾਂ ਫਰੀडम ਆਫ ਪ੍ਰੈਸ ਦੀ ਵਿਦ ਰਿਸਪੈਕਟ ਟੂ ਇੰਡੀਆ ਦੇ ਵਿੱਚ ਮੀਡੀਆ ਦੀ, ਪ੍ਰੈਸ ਦੀ ਆਜ਼ਾਦੀ ਦੀ ਗੱਲ ਕਰੀਏ ਤਾਂ ਜੋ ਇੰਟਰਨੈਸ਼ਨਲ ਲੈਵਲ ਤੇ ਕਾਫੀ ਐਕਸੈਪਟਡ ਇੰਡੈਕਸ ਆ ਇੱਕ, ਜਿਹਦਾ ਨਾਮ ਹੈ ਵਰਲਡ ਪ੍ਰੈਸ ਫਰੀडम ਇੰਡੈਕਸ। ਉਹਦੀਆਂ 2022 ਦੀਆਂ ਰੈਂਕਿੰਗਸ ਦੇ ਅਕੋਰਡਿੰਗ ਭਾਰਤ ਦਾ ਰੈਂਕ 150 ਹੈ 180 ਕੰਟਰੀਆਂ ਦੇ ਵਿੱਚੋਂ। ਤੇ ਪਿਛਲੇ ਸਾਲ ਇਹ 142 ਸੀ, ਹੁਣ 150 ਹੋ ਗਿਆ। ਮਤਲਬ ਸਾਡਾ ਰੈਂਕ ਆ ਜਿਹੜਾ ਇੰਪਰੂਵ ਹੋਣ ਦੀ ਬਜਾਏ ਉਹ ਮਾੜਾ ਹੋ ਰਿਹਾ। ਸੋ ਅਸੀਂ ਮੰਨ ਸਕਦੇ ਹਾਂ ਕਿ ਭਾਰਤ ਦੇ ਵਿੱਚ ਪ੍ਰੈਸ ਦੀ ਜੋ ਫਰੀडम ਆ ਉਹਨੂੰ ਬਹੁਤ ਸਾਰੇ ਥ੍ਰੈਟਸ ਨੇ, ਉਹਨਾਂ ਦੀ ਆਪਾਂ ਗੱਲ ਕਰਾਂਗੇ। ਉਹਦੇ ਕਾਰਨ ਕੀ ਨੇ? ਪਹਿਲਾਂ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਜਵਾਹਰ ਲਾਲ ਨਹਿਰੂ ਜੋ ਸਾਡੇ ਫਸਟ ਪ੍ਰਾਈਮ ਮਿਨਿਸਟਰ ਸੀ, ਉਹਨਾਂ ਨੂੰ ਨਾ ਇੱਕ ਟਾਈਮ ਤੇ ਕੁਐਸਚਨ ਪੁੱਛਿਆ ਗਿਆ ਕਿ ਪ੍ਰੈਸ ਦੇ ਫਰੀडम ਅਤੇ ਗਵਰਨਮੈਂਟ ਜਾਂ ਸਰਕਾਰ, ਇਹਨਾਂ ਦੋਨਾਂ ਦੇ ਵਿੱਚੋਂ ਜੇ ਤੁਸੀਂ ਇੱਕ ਚੀਜ਼ ਚੁਣਨੀ ਹੋਵੇ, ਕਿਉਂਕਿ ਪ੍ਰੈਸ ਦਾ ਫਰੀडम ਆ ਜਿਹੜਾ ਉਹ ਨਿਰਭਰ ਕਰਦਾ ਸਰਕਾਰ ਦੇ ਉੱਪਰ ਵੀ ਸਾਡੀ ਸਰਕਾਰ ਕਿਵੇਂ ਕੰਮ ਕਰਦੀ ਹੈ। ਜੇ ਸਰਕਾਰ ਡੈਮੋਕ੍ਰੈਟਿਕ ਪ੍ਰਿੰਸੀਪਲਸ ਦੇ ਬੇਸਿਸ ਤੇ ਕੰਮ ਕਰੂ ਤਾਂ ਪ੍ਰੈਸ ਫਰੀडम ਵੀ ਇਨਸ਼ੋਰ ਹੋਊਗਾ, ਸੇਫ ਹੋਊਗਾ। ਬਟ ਜੇ ਸਰਕਾਰ ਹੀ ਡੈਮੋਕ੍ਰੈਟਿਕ ਪ੍ਰਿੰਸੀਪਲਸ ਨੂੰ ਫੋਲੋ ਨਹੀਂ ਕਰ ਰਹੀ, ਫਿਰ ਅਸੀਂ
ਐਕਸੈਪਟ ਨਹੀਂ ਫਿਰ ਅਸੀਂ ਐਕਸਪੈਕਟ ਨਹੀਂ ਕਰ ਸਕਦੇ ਕਿ ਜੋ ਸਾਡਾ ਮੀਡੀਆ ਹੈਗਾ ਉਹ ਆਜ਼ਾਦ ਜਾਂ ਕਹਿ ਲਓ ਨਿਰਪੱਖਤਾ ਦੇ ਹਿਸਾਬ ਨਾਲ ਕੰਮ ਕਰ ਰਿਹਾ ਹੋਵੇ। ਠੀਕ ਹੈ ਜੀ। ਸੋ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਸਰਕਾਰ ਤੇ ਆਜ਼ਾਦ ਮੀਡੀਆ ਦੇ ਵਿੱਚੋਂ ਕਿਹੜੀ ਚੀਜ਼ ਨੂੰ ਚੁਣੋਗੇ, ਤਾਂ ਉਹਨਾਂ ਨੇ ਕਿਹਾ ਕਿ ਮੈਂ ਆਜ਼ਾਦ ਮੀਡੀਆ ਨੂੰ ਚੁਣੂੰਗਾ। ਮਤਲਬ ਉਸ ਟਾਈਮ ਤੇ ਜਾਂ ਉਸ ਤੋਂ ਥੋੜਾ ਸਮਾਂ ਬਾਅਦ ਵੀ ਸਾਡਾ ਜੋ ਮੀਡੀਆ ਹੈਗਾ ਉਹਦਾ ਕੰਮਕਾਜ ਦੇ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਘੱਟ ਸੀ, ਬਟ ਓਵਰ ਦਾ ਪੀਰੀਅਡ ਆਫ ਟਾਈਮ ਉਹ ਦਖਲਅੰਦਾਜ਼ੀ ਵੱਧਦੀ ਗਈ, ਜਿਹਦੇ ਕਰਕੇ ਅੱਜ ਸਾਡਾ ਜੋ ਫਰੀडम ਆਫ ਜੋ ਸਾਡੀ ਪ੍ਰੈਸ ਆ ਉਹਦੇ ਤੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ। ਇਹਦਾ ਕਾਰਨ ਇੱਕ ਤਾਂ ਇਹ ਕਾਰਨ ਮੰਨ ਸਕਦੇ ਹਾਂ ਅਸੀਂ ਵੀ ਜਿਹੜੀਆਂ ਸਾਡੀਆਂ ਆਜ਼ਾਦੀ ਦੇ ਬਾਅਦ ਦੀਆਂ ਪਹਿਲੇ ਜਿਵੇਂ ਕਹ ਲਓ 10 15 20 ਸਾਲ ਦੀਆਂ ਜਿਹੜੀਆਂ ਸਰਕਾਰਾਂ ਸੀ ਉਹਦੇ ਵਿੱਚ ਜਿਹੜੇ ਸਾਡੇ ਲੀਡਰ ਸੀ ਉਹ ਮੋਸਟਲੀ ਉਹ ਸੀ ਜਿਨ੍ਹਾਂ ਨੇ ਫਰੀडम ਮੂਵਮੈਂਟ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਤੇ ਉਹਨਾਂ ਨੂੰ ਉਹਨਾਂ ਸਭ ਚੀਜ਼ਾਂ ਦਾ ਪਤਾ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਫਰੀडम ਦਾ ਮਤਲਬ ਕੀ ਹੈ ਜਾਂ ਪ੍ਰੈਸ ਦੇ ਫਰੀडम ਦੀ ਕੀ ਸਾਡੇ ਲਈ ਇੰਪੋਰਟੈਂਸ ਆ। ਸੋ ਉਹਨਾਂ ਨੇ ਬਹੁਤ ਜ਼ਿਆਦਾ ਇੰਟਰਫੇਰੈਂਸ ਨਹੀਂ ਕੀਤਾ, ਉਹਨਾਂ ਚੀਜ਼ਾਂ ਵਿੱਚ ਇੰਟਰਫੇਅਰ ਨਹੀਂ ਕੀਤਾ। ਬਟ ਜਿਵੇਂ ਜਿਵੇਂ ਸਾਡੇ ਨਵੇਂ ਲੀਡਰ ਪੈਦਾ ਹੁੰਦੇ ਗਏ ਸੋ ਉਹ ਆਪਣੇ ਕੰਟਰੋਲ ਨੂੰ ਵਧਾਉਣ ਲਈ ਕਹਿ ਲਓ ਜਾਂ ਆਪਣੀਆਂ ਪਾਲਿਸੀਜ਼ ਆਪਣੇ ਪੱਖ ਦੀ ਗੱਲ ਕਰਨ ਦੇ ਲਈ ਕਹਿ ਲਓ, ਉਹਨਾਂ ਨੇ ਮੀਡੀਆ ਨੂੰ ਰੈਗੂਲੇਟ ਕਰਨਾ, ਮੀਡੀਆ ਤੇ ਰਿਸਟ੍ਰਿਕਸ਼ਨਸ ਲਾਉਣੀਆਂ ਸਟਾਰਟ ਕਰਤੀਆਂ। ਉਹਨਾਂ ਬਾਰੇ ਆਪਾਂ ਹੁਣ ਗੱਲ ਕਰਾਂਗੇ ਕਿ ਕਾਰਨ, ਜਾਂ ਪਹਿਲਾਂ ਆਪਾਂ ਗੱਲ ਕਰ ਲਈਏ ਵੀ ਮੀਡੀਆ ਨੂੰ ਅਸੀਂ ਕਿਉਂ ਫੋਰਥ ਪਿਲਰ ਆਫ ਡੈਮੋਕ੍ਰੇਸੀ ਮੰਨਦੇ ਹਾਂ ਜੀ। ਠੀਕ ਹੈ ਜੀ। ਇਹਦੇ ਬਾਰੇ ਜੇ ਆਪਾਂ ਗੱਲ ਕਰੀਏ, ਸਭ ਤੋਂ ਪਹਿਲਾਂ ਤਾਂ ਗੱਲ ਹੋ ਗਈ ਵੀ ਮੀਡੀਆ ਜਿਹੜਾ ਉਹ ਲੋਕਤੰਤਰ, ਮੀਡੀਆ ਦਾ ਲੋਕਤੰਤਰ ਆ ਜਿਹੜਾ ਉਹਦੀ ਲੋਕਤੰਤਰ ਨੂੰ ਬਣਾਏ ਰੱਖਣ ਦੇ ਵਿੱਚ ਬਹੁਤ ਵੱਡਾ ਇੱਕ ਰੋਲ ਹੁੰਦਾ। ਕੀ ਰੋਲ ਹੁੰਦਾ? ਕਿਉਂਕਿ ਜਿਹੜਾ ਮੀਡੀਆ ਹੈਗਾ ਉਹ ਐਕਟ ਕਰਦਾ ਇੱਕ ਚੈਨਲ, ਇੱਕ ਸਾਧਨ ਆ ਸਾਡੀ ਸਰਕਾਰ ਤੇ ਆਮ ਲੋਕਾਂ ਦੇ ਵਿੱਚ, ਹੈ ਨਾ, ਵੀ ਮਤਲਬ ਲੋਕਾਂ ਦੀ ਗੱਲ ਸਰਕਾਰ ਤੱਕ ਪਹੁੰਚਾਉਣ ਲਈ, ਪਲੱਸ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ, ਸਰਕਾਰ ਦੀਆਂ ਪਾਲਿਸੀਜ਼ ਨੇ, ਉਹਨਾਂ ਨੂੰ ਲੋਕਾਂ ਤੱਕ ਲੈ ਕੇ ਜਾਣ ਦੀ, ਲੋਕਾਂ ਦੇ ਵਿੱਚ ਉਹਨਾਂ ਪਾਲਿਸੀਜ਼ ਬਾਰੇ, ਉਹਨਾਂ ਨੀਤੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਦੀ। ਸੋ ਜੇ ਮੀਡੀਆ ਆਜ਼ਾਦ ਮੀਡੀਆ ਹੋਊਗਾ, ਉਹ ਨਿਰਪੱਖਤਾ ਦੇ ਹਿਸਾਬ ਨਾਲ ਨਿਰਪੱਖ ਹੋ ਕੇ ਕੰਮ ਕਰ ਰਿਹਾ, ਇੰਡੀਪੈਂਡੈਂਟਲੀ ਕੰਮ ਕਰ ਰਿਹਾ, ਤਾਂ ਇਹ ਜਿਹੜਾ ਚੈਨਲ ਆ, ਇਹ ਜਿਹੜੀ ਕਹਿ ਲਓ ਸਾਧਨ ਆ, ਇਹ ਵਧੀਆ ਤਰੀਕੇ ਨਾਲ ਕੰਮ ਕਰੂਗਾ। ਕਿਉਂਕਿ ਜੇ ਉਹ ਨਿਰਪੱਖ ਹੋ ਕੇ ਕੰਮ ਕਰ ਰਿਹਾ ਤਾਂ ਜਿਹੜੀ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ, ਲੋਕਾਂ ਦੀਆਂ ਮੁਸ਼ਕਲਾਂ ਨੇ, ਉਹਨਾਂ ਨੂੰ ਜ਼ਰੂਰ ਜਿਵੇਂ ਕਹਿ ਲਓ ਸਰਕਾਰ ਤੱਕ ਲੈ ਕੇ ਜਾਊਗਾ। ਪਰ ਜੇ ਉਹ ਸਰਕਾਰ ਦੇ ਹਿਸਾਬ ਨਾਲ ਚੱਲੂਗਾ ਫਿਰ ਉਹ ਵੀ ਲੋਕਾਂ ਦੀਆਂ ਪ੍ਰੋਬਲਮਸ ਨੂੰ ਅਣਗੌਲਿਆ ਕਰੂਗਾ। ਠੀਕ ਹੈ ਜੀ। ਪਹਿਲਾਂ ਸਾਡੇ ਕੋਲ ਹੋ ਗਿਆ ਕਿ ਲੋਕਤੰਤਰ ਦੇ ਸਹੀ ਢੰਗ ਨਾਲ ਕੰਮ ਕਰਨ ਦੇ ਵਿੱਚ ਮੀਡੀਆ ਦਾ ਜਿਹੜਾ ਰੋਲ ਆ ਉਹ ਇਹ ਹੈ ਕਿ ਉਹ ਆਮ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਂਦਾ, ਪਲੱਸ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਉਹਨਾਂ ਨੂੰ ਆਮ ਲੋਕਾਂ ਤੱਕ ਲੈ ਕੇ ਜਾਂਦਾ। ਸੋ ਇੱਕ ਇਹ ਸੰਚਾਰ ਦਾ ਮਾਧਿਅਮ ਦੇ ਰੂਪ ਵਿੱਚ ਕੰਮ ਕਰਦਾ। ਠੀਕ ਹੈ ਜੀ। ਸਰਕਾਰ ਅਤੇ ਆਮ ਲੋਕਾਂ ਦੇ ਵਿੱਚ। ਦੂਜਾ ਅਸੀਂ ਗੱਲ ਕਰ ਰਹੇ ਹਾਂ ਕਿ ਇਹ ਸਰਕਾਰ ਨੂੰ ਜਵਾਬਦੇਹ ਬਣਾਉਂਦਾ, ਵੈਰੀ ਇੰਪੋਰਟੈਂਟ, ਸਰਕਾਰ ਦੀ ਅਕਾਊਂਟੇਬਿਲਿਟੀ ਨੂੰ ਇਨਸ਼ੋਰ ਕਰਦਾ। ਕਿਉਂਕਿ ਜੇ ਸਰਕਾਰ ਦੇ ਕਿਸੇ ਕਾਰਗੁਜ਼ਾਰੀ ਦੇ ਉੱਪਰ ਇਹ ਸਵਾਲ ਚੱਕੂਗਾ ਤਾਂ ਹੀ ਸਰਕਾਰ ਆ ਜਿਹੜੀ ਉਹ ਜਵਾਬਦੇਹ ਹੋਊਗੀ ਆਮ ਲੋਕਾਂ ਨੂੰ। ਬਟ ਜੇ ਮੀਡੀਆ ਸਰਕਾਰ ਨੂੰ ਸਵਾਲ ਕਰਨੋਂ ਹਟ ਜੇ, ਜਿਵੇਂ ਅੱਜ ਕੱਲ੍ਹ ਆਪਾਂ ਜਿਵੇਂ ਕਹਿ ਲਓ ਗੋਦੀ ਮੀਡੀਆ ਬਹੁਤ ਹੈ ਨਾ, ਇੱਕ ਟਰਮ ਕਾਫੀ ਪ੍ਰਚਲਿਤ ਆ। ਉਹਦਾ ਕਾਰਨ ਇਹੀ ਆ ਵੀ ਕੁਛ ਮੀਡੀਆ ਹਾਊਸਿਸ ਨੇ ਜਿਨ੍ਹਾਂ ਨੂੰ ਗਵਰਨਮੈਂਟ ਦੇ ਕਹਿ ਲਓ ਕੰਟਰੋਲ ਦੇ ਵਿੱਚ ਮੰਨਿਆ ਜਾ ਰਿਹਾ ਵੀ ਉਹ ਜਿਵੇਂ ਸਰਕਾਰ ਚਾਹੁੰਦੀ ਹੈ ਉਸੇ ਤਰ੍ਹਾਂ ਕੰਮ ਕਰਦੇ ਨੇ, ਜਿਹਦੇ ਕਰਕੇ ਗੋਦੀ ਮੀਡੀਆ ਟਰਮ ਕਾਫੀ ਕਹਿ ਲਓ ਨਿਊਜ਼ ਦੇ ਵਿੱਚ ਰਹਿੰਦੀ ਹੈ ਨਾ। ਸੋ ਜੇ ਇਹ ਨਿਰਪੱਖ ਹੋ ਕੇ ਕੰਮ ਕਰਨਗੇ ਤਾਂ ਸਰਕਾਰ ਨੂੰ ਸਵਾਲ ਕਰਨਗੇ ਤਾਂ ਸਰਕਾਰ ਦੀ ਜਵਾਬਦੇਹੀ ਬਣੀ ਰਹੂ ਤੇ ਸਰਕਾਰ ਨੂੰ ਡਰ ਵੀ ਰਹੂਗਾ ਜਦੋਂ ਵੀ ਉਹ ਕੋਈ ਨੀਤੀ ਲੈ ਕੇ ਆਉਂਦੇ ਨੇ ਜਾਂ ਨੀਤੀ ਨੂੰ ਲਾਗੂ ਕਰਦੇ ਨੇ ਕਿ ਨਹੀਂ ਕਰਦੇ, ਤਾਂ ਉਹਨਾਂ ਨੂੰ ਇੱਕ ਡਰ ਰਹੂ ਵੀ ਜੇ ਅਸੀਂ ਨਹੀਂ ਕਰਾਂਗੇ ਤਾਂ ਸਾਡੇ ਤੋਂ ਸਵਾਲ ਪੁੱਛਣ ਦੇ ਲਈ ਜਿਹੜੇ ਲੋਕਾਂ ਦੀ ਕਹਿ ਲਓ ਆਵਾਜ਼ ਦੇ ਰੂਪ ਦੇ ਵਿੱਚ ਇੱਕ ਮੀਡੀਆ ਹੈਗਾ ਗਾ। ਠੀਕ ਹੈ। ਦੂਜਾ ਕਾਰਨ ਇਹ ਹੋ ਗਿਆ ਵੀ ਸਰਕਾਰ ਦੀ ਜਵਾਬਦੇਹੀ ਨੂੰ ਬਣਾਏ ਰੱਖਣ ਲਈ ਆਜ਼ਾਦ ਮੀਡੀਆ ਦਾ ਹੋਣਾ ਬਹੁਤ ਜ਼ਰੂਰੀ ਆ। ਤੀਜਾ ਹੋ ਗਿਆ ਜੀ ਸਾਡਾ ਆਰਟੀਕਲ 19। ਜਦੋਂ ਅਸੀਂ ਗੱਲ ਕਰਦੇ ਹਾਂ ਨਾ ਸਾਡੇ ਮੌਲਿਕ ਅਧਿਕਾਰ ਨੇ ਜਿਹੜੇ ਫੰਡਾਮੈਂਟਲ ਰਾਈਟਸ ਨੇ, ਉਹਨਾਂ ਦੇ ਵਿੱਚ ਸਾਡਾ ਆਰਟੀਕਲ 19(1)(a) ਦੇ ਅੰਡਰ ਰਾਈਟ ਟੂ ਸਪੀਚ ਐਂਡ ਐਕਸਪ੍ਰੈਸ਼ਨ ਦੀ ਗੱਲ ਕਰਦੇ ਹਾਂ, ਤਾਂ ਉਹਦੇ ਅੰਡਰ ਵੀ ਜੋ ਫਰੀडम ਆਫ ਪ੍ਰੈਸ ਆ, ਜੋ ਪ੍ਰੈਸ ਦੀ ਆਜ਼ਾਦੀ ਆ, ਉਹਨੂੰ ਵੀ ਅਸੀਂ ਐਜ਼ ਅ ਫੰਡਾਮੈਂਟਲ ਰਾਈਟ, ਇੱਕ ਇੰਪਲੀਸਿਟ ਫੰਡਾਮੈਂਟਲ ਰਾਈਟ ਮੰਨਦੇ ਹਾਂ। ਕਿਹਦੇ ਤਹਿਤ? ਅੰਡਰ ਆਰਟੀਕਲ 19 ਕਲੌਜ਼ 1 ਸਬ ਕਲੌਜ਼ A ਦੇ ਅੰਡਰ। ਕਿਉਂਕਿ ਜੇ ਅਸੀਂ ਸਾਡੇ ਕੋਲੇ ਬੋਲਣ ਦਾ ਅਧਿਕਾਰ ਹੈ, ਸਪੀਚ ਐਂਡ ਐਕਸਪ੍ਰੈਸ਼ਨ, ਸਾਨੂੰ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦਾ ਅਧਿਕਾਰ ਹੈ, ਉਹਦੇ ਲਈ ਸਾਨੂੰ
ਜਾਂ ਕਹ ਲਓ ਵੀ ਉਹਦੇ ਲਈ ਸਾਡਾ ਜੋ, ਜੇ ਮੈਂ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਰਿਹਾ ਤਾਂ ਮੈਨੂੰ ਐਕਸਪ੍ਰੈਸ ਕਰਨ ਦੇ ਲਈ ਮੀਡੀਆ ਵੀ ਹੋ ਸਕਦਾ। ਠੀਕ ਹੈ, ਜ਼ਰੂਰੀ ਨਹੀਂ ਹੈ ਕਿ ਮੈਂ ਆਪਣੇ ਆਪ ਨੂੰ ਆਪ ਹੀ ਐਕਸਪ੍ਰੈਸ ਕਰਾਂ, ਮੈਂ ਮੀਡੀਆ ਦੇ ਰਾਹੀਂ ਵੀ ਆਪਣੇ ਵਿਚਾਰ ਰੱਖ ਸਕਦਾ। ਸੋ ਜੇ ਮੀਡੀਆ ਆਜ਼ਾਦ ਹੋਊਗਾ ਤਾਂ ਜਿਹੜੀ ਸਾਡਾ ਮੌਲਿਕ ਅਧਿਕਾਰ ਆ, ਸਾਡਾ ਅਨੁਛੇਦ 19 ਆ, ਜਿਹੜਾ ਆਰਟੀਕਲ 19 ਆ, ਉਹਦੇ ਤਹਿਤ ਰਾਈਟ ਟੂ ਸਪੀਚ ਐਂਡ ਐਕਸਪ੍ਰੈਸ਼ਨ ਦਾ ਜਿਹੜਾ ਅਧਿਕਾਰ ਆ ਉਹ ਵੀ ਬਣਿਆ ਰਹੂਗਾ। ਠੀਕ ਹੈ, ਇਹ ਹੋ ਗਿਆ। ਸੋ ਇਹ 3-4 ਕਾਰਨ ਨੇ ਜਿਨ੍ਹਾਂ ਕਰਕੇ ਅਸੀਂ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਸਤੰਭ ਮੰਨਦੇ ਹਾਂ, 4th ਪਿਲਰ ਆਫ ਡੈਮੋਕ੍ਰੇਸੀ ਕਹਿੰਦੇ ਹਾਂ। ਠੀਕ ਹੈ ਜੀ, ਇਹ ਹੋ ਗਿਆ। ਫਿਰ ਅਸੀਂ ਗੱਲ ਕਰਦੇ ਹਾਂ ਕਿ ਖਤਰੇ ਕੀ ਨੇ, ਜਿਨ੍ਹਾਂ ਦੀ ਅਸੀਂ ਗੱਲ ਕਰ ਲੈਣਾ ਵੀ ਕਿਉਂ ਸਾਡਾ ਭਾਰਤ ਦਾ ਜਿਹੜਾ ਰੈਂਕਿੰਗ ਆ, ਜਦੋਂ ਆਪਾਂ ਗੱਲ ਕਰਦੇ ਹਾਂ ਵਰਲਡ ਪ੍ਰੈਸ ਫਰੀडम ਇੰਡੈਕਸ ਦੀ, ਤਾਂ ਉਹਦੇ 'ਚ ਇੰਨੀ ਪੂਅਰ ਰੈਂਕਿੰਗ ਕਿਉਂ ਆ, ਕੀ ਖਤਰੇ ਫੇਸ ਕਰ ਰਿਹਾ, ਕਿਹੜੇ ਥ੍ਰੈਟਸ ਨੇ ਜਿਹੜਾ ਸਾਡਾ ਮੀਡੀਆ ਅੱਜ ਫੇਸ ਕਰ ਰਿਹਾ। ਸਭ ਤੋਂ ਪਹਿਲਾਂ ਹੈ ਜੀ ਫੇਕ ਨਿਊਜ਼, ਜਿਹਨੂੰ ਅਸੀਂ ਕਹਿੰਦੇ ਜਾਲੀ ਖਬਰਾਂ, ਝੂਠੀਆਂ ਖਬਰਾਂ ਕਹਿ ਦਈਏ, ਹੈ ਨਾ। ਕਿਉਂਕਿ ਉਹਨਾਂ ਦੇ ਨਾਲ ਕੀ ਹੁੰਦਾ ਵੀ ਜਿਹੜੇ ਆਮ ਲੋਕ ਨੇ ਉਹਨਾਂ ਦਾ ਮੀਡੀਆ ਤੋਂ ਵਿਸ਼ਵਾਸ ਉੱਠ ਜਾਂਦਾ, ਕਿਉਂਕਿ ਚਲੋ 1-2 ਵਾਰੀ ਤਾਂ ਆਪਾਂ ਕਿਸੇ ਝੂਠੀ ਖਬਰ ਤੇ ਗੱਲ ਮੰਨ ਲਾਂਗੇ, ਆਪਾਂ ਬਿਲੀਵ ਕਰ ਲਾਂਗੇ, ਕਿਉਂਕਿ ਕਈ ਵਾਰੀ ਆਪਾਂ ਦੇਖਦੇ ਹਾਂ, ਕਿਉਂਕਿ ਅੱਜ ਕੱਲ੍ਹ ਜਿਹੜਾ ਮੀਡੀਆ ਨਾ ਉਹ ਸਿਰਫ ਪ੍ਰਿੰਟ ਮੀਡੀਆ ਨਹੀਂ ਰਿਹਾ, ਅੱਜ ਕੱਲ੍ਹ ਡਿਜੀਟਲ ਮੀਡੀਆ ਬਹੁਤ ਇੰਪੋਰਟੈਂਟ ਉਹਦਾ ਰੋਲ ਹੋ ਚੁੱਕਿਆ। ਬਹੁਤ ਸਾਰੀਆਂ ਖਬਰਾਂ ਨੇ ਜਿਹੜੀਆਂ ਜਿਵੇਂ ਕਹ ਲਓ ਅਸੀਂ ਡਿਜੀਟਲ ਮੀਡੀਆ ਦੇ ਰਾਹੀਂ ਦੇਖ ਲੈਂਦੇ ਹਾਂ, ਜਾਂ ਕੁਝ ਲੋਕ ਸਾਡੇ ਸੋਸ਼ਲ ਗਰੁੱਪਸ ਨੇ ਜਿਹੜੇ WhatsApp ਹੋ ਗਿਆ, Facebook, Instagram, ਉਹਨਾਂ ਦੇ ਥਰੂ ਸ਼ੇਅਰ ਕਰ ਦਿੰਦੇ ਨੇ, ਤੇ ਉਹਦੇ 'ਚ ਬਹੁਤ ਸਾਰੀਆਂ ਫੇਕ ਨਿਊਜ਼ ਹੁੰਦੀਆਂ ਨੇ, ਜਿਨ੍ਹਾਂ ਨੂੰ 1-2 ਵਾਰੀ ਤਾਂ ਬੰਦਾ ਮੰਨ ਲੈਂਦਾ, ਬਟ ਜਦੋਂ ਓਵਰ ਅ ਪੀਰੀਅਡ ਆਫ ਟਾਈਮ ਬਾਰ-ਬਾਰ ਉਹਨਾਂ ਨੂੰ ਲੱਗਦਾ ਕਿ ਫੇਕ ਨੇ, ਤਾਂ ਉਹਨਾਂ ਦਾ ਸੋਸ਼ਲ ਮੀਡੀਆ ਦੇ ਕਰਕੇ ਕਹਿ ਲਓ ਜਾਂ ਫੇਕ ਨਿਊਜ਼ ਕਰਕੇ ਕਹਿ ਲਓ, ਜੋ ਫਰੀडम ਆ, ਜੋ ਸਾਡੀ ਪ੍ਰੈਸ ਆ, ਪ੍ਰੈਸ ਦੇ ਉੱਪਰ ਜਿਹੜਾ ਵਿਸ਼ਵਾਸ ਆ ਨਾ ਉਹ ਘਟਦਾ। ਸੋ ਇੱਕ ਥ੍ਰੈਟ ਹੋ ਗਿਆ ਜੀ ਫੇਕ ਨਿਊਜ਼। ਫਿਰ ਦੂਜੇ ਨੰਬਰ 'ਤੇ ਅਸੀਂ ਗੱਲ ਕਰਦੇ ਹਾਂ ਪੇਡ ਨਿਊਜ਼ ਦੀ, ਜਿਹਦੇ 'ਚ ਆਪਣੇ ਕੋਲੇ ਉਹ ਪੇਡ ਨਿਊਜ਼ ਕੋਈ ਵੀ ਕਰਵਾ ਸਕਦਾ, ਉਹ ਚਾਹੇ ਕੋਈ ਪੋਲੀਟੀਕਲ ਪਾਰਟੀ ਹੋ ਸਕਦੀ ਆ, ਉਹ ਚਾਹੇ ਕੋਈ ਕਾਰਪੋਰੇਟ ਹਾਊਸ ਹੋ ਸਕਦਾ, ਉਹ ਜਾਂ ਕੋਈ ਕਹਿ ਲਓ ਵੀ ਇੰਡੀਵਿਜੂਅਲ ਵੀ ਹੋ ਸਕਦਾ ਜਿਹੜਾ ਕਾਫੀ ਇਨਫਲੂਐਂਸ਼ੀਅਲ ਹੋ ਸਕਦਾ, ਹੈ ਨਾ, ਕੋਈ ਸੈਲੀਬ੍ਰਿਟੀ ਹੋ ਸਕਦੀ ਆ, ਉਹ ਹੋ ਗਈ ਪੇਡ ਨਿਊਜ਼। ਉਹਨਾਂ ਕਰਕੇ ਵੀ, ਪੇਡ ਨਿਊਜ਼ ਕਰਕੇ ਵੀ ਜਿਹੜੀ ਆਮ ਲੋਕਾਂ ਦੀ ਥਾਂ 'ਤੇ ਉਹਨਾਂ ਲੋਕਾਂ ਦੀ ਗੱਲ ਨੂੰ ਜ਼ਿਆਦਾ ਦਿਖਾਇਆ ਜਾਂਦਾ, ਜਾਂ ਕਹਿ ਲਓ ਉਹਨਾਂ ਦੇ ਜ਼ਿਆਦਾ ਐਡਵਰਟੀਜ਼ਮੈਂਟਸ ਕੀਤੇ ਜਾਂਦੇ ਨੇ, ਜਿਹਦੇ ਨਾਲ ਕੀ ਹੁੰਦਾ, ਜਿਹੜੀਆਂ ਹੋਰ ਜ਼ਰੂਰੀ ਜਾਂ ਆਮ ਲੋਕਾਂ ਦੀਆਂ ਗੱਲਾਂ ਹੁੰਦੀਆਂ ਨੇ ਉਹ ਸਾਈਡਲਾਈਨ ਹੋ ਜਾਂਦੀਆਂ ਉਹਦੇ ਕਰਕੇ। ਠੀਕ ਹੈ ਜੀ, ਉਹ ਹੋ ਗਿਆ ਪੇਡ ਨਿਊਜ਼। ਫਿਰ ਅਸੀਂ ਗੱਲ ਕਰੀਏ ਤਾਂ ਸਾਡੇ ਕੋਲ ਆਉਂਦਾ ਪੱਤਰਕਾਰਾਂ 'ਤੇ ਜਿਹੜੇ ਹਮਲੇ ਹੁੰਦੇ ਨੇ, ਹੈ ਨਾ, ਅਟੈਕਸ ਔਨ ਰਿਪੋਰਟਰਸ ਜਿਹੜੇ ਹੋ ਰਹੇ ਨੇ। ਜਿਵੇਂ ਜੇ ਕੋਈ ਰਿਪੋਰਟਰ ਆ ਉਹ ਕਿਸੇ ਇਲੀਗਲ ਕੰਮ ਦੇ ਅਗੇਂਸਟ ਆਵਾਜ਼ ਚੱਕਦਾ, ਠੀਕ ਹੈ, ਕਿਸੇ ਵੀ ਇਲੀਗਲ ਕੰਮ, ਉਹ ਚਾਹੇ ਗਵਰਨਮੈਂਟ ਅਦਾਰੇ 'ਚ ਹੋ ਰਿਹਾ, ਉਹ ਚਾਹੇ ਜਾਂ ਕਿਸੇ ਪ੍ਰਾਈਵੇਟ ਸੰਸਥਾ ਦੇ ਵਿੱਚ ਹੋ ਰਿਹਾ, ਜਾਂ ਜਿਵੇਂ ਕਹਿ ਲਈਏ ਵੀ ਆਪਾਂ ਪੰਜਾਬ ਦੀ ਗੱਲ ਕਰ ਲਈਏ, ਜੇ ਕੋਈ ਡਰੱਗਸ ਦੇ ਖਿਲਾਫ ਬੋਲਦਾ, ਹੈ ਨਾ, ਤਾਂ ਜਿਵੇਂ ਪਿੱਛੇ ਜੇ ਡੇਰਾ ਸਾਧ, ਜੋ ਡੇਰਾ ਸਰਸੇ ਵਾਲੇ ਜੋ ਸੰਤ ਰਾਮ ਰਹੀਮ, ਜੋ ਹੁਣ ਕੋਰਟ ਨੇ ਜਿਨ੍ਹਾਂ ਨੂੰ ਕੈਦ ਸੁਣਾਈ ਹੋਈ ਆ ਤੇ ਉਹ ਜੇਲ੍ਹ ਦੀ ਸਜ਼ਾ ਆਪਣੀ ਭੁਗਤ ਰਹੇ ਨੇ, ਉਹਨਾਂ ਦੇ ਖਿਲਾਫ ਇੱਕ ਰਿਪੋਰਟਰ ਸੀ, ਉਹਨਾਂ ਦਾ ਨਾਮ ਮੇਰੇ ਧਿਆਨ 'ਚ ਨਹੀਂ ਆ ਰਿਹਾ, ਉਹਨਾਂ ਨੇ ਜੋ ਉਹਨਾਂ ਦੇ ਉੱਪਰ ਰੇਪ ਦੀਆਂ ਐਲੀਗੇਸ਼ਨਸ ਲੱਗੀਆਂ ਸੀ ਉਸ ਟਾਈਮ 'ਤੇ, ਉਹਨਾਂ ਦੀ ਇੱਕ ਸਟੋਰੀ ਪਬਲਿਸ਼ ਕੀਤੀ ਸੀ, ਜਿਹਦੇ ਕਰਕੇ ਉਹਨਾਂ ਨੂੰ ਐਕਸੀਡੈਂਟ ਦੇ ਥਰੂ ਮਰਵਾ ਦਿੱਤਾ ਗਿਆ। ਸੋ ਇਸੇ ਤਰ੍ਹਾਂ ਹੋਰ ਵੀ ਬਹੁਤ ਇੰਸੀਡੈਂਟਸ ਹੋਏ ਨੇ, ਜਦੋਂ ਕੋਈ ਗਲਤ ਕੰਮ ਦੇ ਖਿਲਾਫ ਕੋਈ ਰਿਪੋਰਟਰ ਕੋਈ ਨਿਊਜ਼ ਪ੍ਰਿੰਟ ਕਰਦਾ ਜਾਂ ਉਹਦੇ ਖਿਲਾਫ ਆਵਾਜ਼ ਚੱਕਦਾ ਹੈ, ਤਾਂ ਉਹਨਾਂ ਨੂੰ ਬਹੁਤ ਸਾਰੇ ਥ੍ਰੈਟਸ ਦਿੱਤੇ ਜਾਂਦੇ ਨੇ, ਕਈ ਵਾਰ ਉਹਨਾਂ ਨੂੰ ਕਹਿ ਲਓ ਆਪਣੀ ਜਾਨ ਵੀ ਗਵਾਉਣੀ ਪੈ ਜਾਂਦੀ ਹੈ, ਜਿਹਦੇ ਕਰਕੇ ਉਹ ਵੀ ਇੱਕ ਸਾਡਾ ਮੇਜਰ ਇੱਕ ਥ੍ਰੈਟ ਆ ਜੋ ਮੀਡੀਆ ਸਾਡਾ ਫੇਸ ਕਰ ਰਿਹਾ, ਜਿਹਦੇ ਕਰਕੇ ਇੰਡੀਪੈਂਡੈਂਸ ਜਾਂ ਸਾਡੀ ਜਾਂ ਫਰੀडम ਆਫ ਮੀਡੀਆ ਜਿਹੜਾ ਉਹ ਅੰਡਰ ਥ੍ਰੈਟ ਹੈ। ਠੀਕ ਹੈ ਜੀ। ਫਿਰ ਆਪਾਂ ਗੱਲ ਕਰ ਲਈਏ, ਸਾਡਾ ਜਿਹੜਾ ਮੀਡੀਆ ਹੈਗਾ ਉਹ ਬਾਇਸਡ ਮੀਡੀਆ, ਪੱਖਪਾਤੀ ਮੀਡੀਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਜਿਵੇਂ ਆਪਾਂ ਹੁਣੇ ਗੱਲ ਕੀਤੀ ਸੀ, ਜਿਵੇਂ ਵੀ ਬਹੁਤ ਐਲੀਗੇਸ਼ਨਸ ਲੱਗ ਰਹੀਆਂ ਨੇ ਕੁਝ ਮੀਡੀਆ ਹਾਊਸਸ ਦੇ ਉੱਪਰ ਕਿ ਉਹਨਾਂ ਨੂੰ ਗੋਦੀ ਮੀਡੀਆ ਕਿਹਾ ਜਾਂਦਾ, ਹੈ ਨਾ। ਪੱਖਪਾਤੀ ਮੀਡੀਆ ਹੋ ਗਿਆ ਮਤਲਬ ਕਿ ਜਿਹੜਾ ਬਾਇਸਡ ਹੋ ਕੇ ਚੱਲ ਰਿਹਾ, ਉਹ ਜ਼ਿਆਦਾ ਕਿਸੇ ਇੱਕ ਪੋਲੀਟੀਕਲ ਪਾਰਟੀ ਦੇ ਹਿਸਾਬ ਨਾਲ ਚੱਲ ਰਿਹਾ ਜਾਂ ਪਾਰਟੀਕੂਲਰ ਕਿਸੇ ਕਾਰਪੋਰੇਟ ਹਾਊਸਸ ਦੇ ਹਿਸਾਬ ਨਾਲ ਚੱਲ ਰਿਹਾ, ਜਿਹਦੇ ਕਰਕੇ ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਆਮ ਲੋਕਾਂ ਦੀ ਜਿਹੜੀ ਗੱਲ ਆ ਉਹ ਦੱਬੀ ਰਹਿ ਜਾਂਦੀ ਆ, ਤੇ ਸਾਰੀਆਂ ਜਿਹੜੀਆਂ ਨਿਊਜ਼ ਨੇ ਜਾਂ ਗੱਲਾਂ ਨੇ ਉਹ ਸਾਰੀਆਂ ਜੋ ਸਮੇਂ ਦੀਆਂ ਸਰਕਾਰਾਂ ਨੇ ਜਾਂ ਜਿਹੜੇ ਕੁਝ ਪੂੰਜੀਵਾਦੀ ਲੋਕ ਨੇ ਉਹਨਾਂ ਦੇ ਹਿਸਾਬ ਨਾਲ ਸਭ ਕੁਝ ਚੱਲਦਾ, ਜਿਹਨੂੰ ਅਸੀਂ ਕਹਿੰਦੇ ਹਾਂ ਪੱਖਪਾਤੀ ਮੀਡੀਆ। ਸੋ ਇਹ 4-5 ਮੁੱਖ ਜਿਹੜੇ ਖਤਰੇ ਨੇ ਉਹ ਹੋ ਗਏ ਜੀ। ਪਹਿਲਾਂ ਤਾਂ ਹੋ ਗਿਆ ਝੂਠੀਆਂ ਖਬਰਾਂ, ਫਿਰ ਹੋ ਗਈਆਂ ਸਾਡੀਆਂ ਪੇਡ ਨਿਊਜ਼ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਅਦਾਇਗੀ ਖਬਰਾਂ, ਹੈ ਨਾ, ਜਿਨ੍ਹਾਂ ਲਈ ਕੋਈ ਅਦਾਇਗੀ ਕਰਕੇ ਖਬਰ ਚਲਵਾਈ ਗਈ ਹੈ। ਫਿਰ ਅਸੀਂ ਕਹਿ ਦਈਏ ਪੱਤਰਕਾਰਾਂ 'ਤੇ ਹਮਲੇ ਹੋ ਰਹੇ ਨੇ ਜਿਹੜੇ। ਫਿਰ ਆਪਾਂ ਗੱਲ ਕਰਦੇ ਹਾਂ ਪੱਖਪਾਤੀ ਮੀਡੀਆ ਦੀ। ਇਹ 4-5 ਮੇਨ ਥ੍ਰੈਟ ਹੋ ਗਏ ਜਿਹੜੇ ਸਾਡੇ ਫਰੀडम ਆਫ ਪ੍ਰੈਸ ਨੂੰ ਥ੍ਰੈਟ ਕਰ ਰਹੇ ਨੇ, ਫਰੀडम ਆਫ ਪ੍ਰੈਸ ਨੂੰ, ਜਿਨ੍ਹਾਂ ਕਰਕੇ ਜੋ ਨੈਗੇਟਿਵਲੀ ਇੰਪੈਕਟ ਹੋ ਰਿਹਾ ਫਰੀडम। ਠੀਕ ਹੈ ਜੀ। ਫਿਰ ਆਪਾਂ ਗੱਲ ਕਰਦੇ ਹਾਂ ਅੱਗੇ ਦਾ ਰਾਸਤਾ, ਜਦੋਂ ਆਪਾਂ ਕਹਿੰਦੇ ਹਾਂ ਵੇ ਫਾਰਵਰਡ ਕਹਿ ਲਈਏ, ਜਾਂ ਇਹਨਾਂ ਨੂੰ ਕਿਸ ਤਰ੍ਹਾਂ ਆਪਾਂ ਠੀਕ ਕਰ ਸਕਦੇ ਹਾਂ।
ਸਭ ਤੋਂ ਪਹਿਲਾ ਜਿਹੜਾ ਸਾਡੇ ਕੋਲੇ ਸੋਲਿਊਸ਼ਨ ਆ ਉਹ ਹੈਗਾ ਜੀ, ਜਿਹੜਾ ਸਾਡਾ ਇਹਨਾਂ ਦੀ ਸਾਡੇ ਜੋ ਇਹਨਾਂ ਦੇ ਰਿਗਾਰਡਿੰਗ ਲਾਜ਼ ਨੇ, ਕੁਛ ਨਾ ਜੋ ਰੂਲਸ ਐਂਡ ਰੈਗੂਲੇਸ਼ਨਸ ਨੇ, ਉਹਨਾਂ ਨੂੰ ਅਸੀਂ ਸਟਰੈਂਥਨ ਕਰੀਏ ਸੋ ਦੈਟ ਜੋ ਫੇਕ ਨਿਊਜ਼ ਆ ਉਹਨੂੰ ਅਸੀਂ ਘਟਾ ਸਕੀਏ, ਪੇਡ ਨਿਊਜ਼ ਨੂੰ ਘਟਾ ਸਕੀਏ। ਇਹਦੇ ਲਈ ਸਾਡੇ ਕੋਲੇ ਕੋਈ ਸੰਸਥਾ ਹੈਗੀ ਆ ਜੀ ਪ੍ਰੈਸ ਕਾਉਂਸਲ ਆਫ ਇੰਡੀਆ, ਜਿਹਨੂੰ ਕਹਿੰਦੇ ਆ PCI, ਪ੍ਰੈਸ ਕਾਉਂਸਲ ਆਫ ਇੰਡੀਆ, ਜੋ ਇਹਨਾਂ ਸਭ ਮੁੱਦਿਆਂ ਨੂੰ ਦੇਖਦੀ ਆ। ਉਹਨੂੰ ਹੋਰ ਜ਼ਿਆਦਾ ਸਟਰੈਂਥਨ ਕਰੀਏ ਸੋ ਦੈਟ ਉਹ ਇਹਨਾਂ ਗਲਤ ਜੋ ਐਕਟੀਵਿਟੀਜ਼ ਹੋ ਰਹੀਆਂ ਨੇ ਵਿਦ ਰਿਸਪੈਕਟ ਟੂ ਮੀਡੀਆ, ਜੋ ਮੀਡੀਆ ਦੇ ਫਰੀडम ਨੂੰ ਅਫੈਕਟ ਕਰ ਰਹੀਆਂ ਨੇ, ਉਹਨਾਂ ਨੂੰ ਅਸੀਂ ਕੰਟਰੋਲ ਕਰ ਸਕੀਏ। ਠੀਕ ਹੈ, ਫਿਰ ਸਾਡੇ ਕੋਲ ਆਪਾਂ ਗੱਲ ਕਰਦੇ ਹਾਂ ਫੇਕ ਨਿਊਜ਼ ਦੀ, ਹੈ ਨਾ। ਉਹਨਾਂ ਦੇ ਬਾਰੇ ਵੀ ਸਾਨੂੰ ਲੋਕਾਂ ਨੂੰ ਅਵੇਅਰਨੈਸ ਕਰਨ, ਲੋਕਾਂ ਦੇ ਵਿੱਚ ਅਵੇਅਰਨੈਸ ਡਰਾਈਵਸ ਲੈ ਕੇ ਆਉਣੀਆਂ ਚਾਹੀਦੀਆਂ ਨੇ। ਲੋਕਾਂ ਨੂੰ ਉਹਦੇ ਸੰਬੰਧਿਤ ਜਿਹੜੀ ਜਾਣਕਾਰੀ ਆ ਉਹ ਦੇਣੀ ਚਾਹੀਦੀ ਹੈ ਕਿ ਤੁਸੀਂ ਕਿਵੇਂ ਫੇਕ ਤੇ ਰੀਅਲ ਨਿਊਜ਼ ਦੇ ਵਿੱਚ ਕਿਵੇਂ ਤੁਸੀਂ ਡਿਫਰੈਂਸ਼ੀਏਟ ਕਰ ਸਕਦੇ ਹੋ, ਹੈ ਨਾ। ਜੇ ਮਤਲਬ ਉਹਨੂੰ ਕੋਈ ਰਿਸਪੌਂਸੀਬਲ ਹਾਊਸ ਲੈ ਕੇ ਆ ਰਿਹਾ ਕੋਈ ਨਿਊਜ਼ ਨੂੰ, ਜਿਵੇਂ ਕੋਈ ਰਿਸਪੌਂਸੀਬਲ ਚੈਨਲ ਆ, ਹੈ ਨਾ, ਉਸੇ ਚੀਜ਼ ਨੂੰ ਅਸੈਪਟ ਕਰੋ। ਇਹ ਨਾ ਹੋਵੇ ਕਿ ਜਿਵੇਂ ਕਿਸੇ ਨੇ ਗੱਲ ਕਹਿਤੀ ਜਾਂ ਕੋਈ ਕਹਿ ਲਓ ਅਫਵਾਹ ਕਿਸੇ ਨੇ ਕਿਸੇ ਮੀਡੀਆ, ਕਿਸੇ ਸੋਸ਼ਲ ਮੀਡੀਆ ਗਰੁੱਪ ਦੇ ਥਰੂ ਤੁਹਾਡੇ ਕੋਲੇ ਭੇਜਦੀ, ਤਾਂ ਉਹਦੇ ਤੇ ਰਿਐਕਟ ਨਾ ਕਰੋ। ਉਸ ਤੋਂ ਪਹਿਲਾਂ ਪ੍ਰੋਪਰ ਕੋਈ ਦੇਖੋ ਵੀ ਉਹ ਨਿਊਜ਼ ਕਿਸੇ ਨਿਊਜ਼ ਚੈਨਲ ਨੇ ਜਾਂ ਨਿਊਜ਼ਪੇਪਰ ਨੇ ਪਬਲਿਸ਼ ਕੀਤੀ ਹੈ ਕਿ ਨਹੀਂ ਕੀਤੀ। ਸੋ ਇਹ ਸਾਡੇ ਕੋਲ ਹੋ ਗਿਆ ਸਾਡੀ ਐਜੂਕੇਸ਼ਨ, ਹੈ ਨਾ, ਲੋਕਾਂ ਦੀ ਐਜੂਕੇਸ਼ਨ ਜਾਂ ਜਨਤਕ ਸਿੱਖਿਆ ਕਹਿ ਦਿੰਦੇ ਜਿਹਨੂੰ ਅਸੀਂ, ਉਹ ਚੀਜ਼ ਹੋ ਗਈ। ਫਿਰ ਅਸੀਂ ਗੱਲ ਕਰਦੇ ਹਾਂ ਜੀ ਮੀਡੀਆ ਨੈਤਿਕਤਾ ਦੀ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਮੀਡੀਆ ਐਥਿਕਸ। ਸਾਡੇ ਕੁਛ ਨੈਤਿਕ ਮੌਲਿਕ ਜਾਂ ਨੈਤਿਕ ਕੁਛ ਸਾਡੇ ਸਿਧਾਂਤ ਹੁੰਦੇ ਨੇ, ਉਹਨਾਂ ਨੂੰ ਅਸੀਂ ਮੀਡੀਆ ਦੇ ਵਿੱਚ ਇੰਪਲੀਮੈਂਟ ਕਰੀਏ, ਮੀਡੀਆ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਜ਼ਿਆਦਾ ਇਨਫੋਰਸ ਕਰੀਏ, ਹੈ ਨਾ। ਕਿਹੜੇ ਨੇ ਉਹ? ਜਿਵੇਂ ਆਪਾਂ ਕਹਿ ਲਈਏ ਸੱਚਾਈ, ਪਾਰਦਰਸ਼ਤਾ, ਦੈਨ ਫਿਰ ਸਾਡੇ ਕੋਲ ਹੋ ਗਿਆ ਜੀ ਨਿਰਪੱਖਤਾ, ਜ਼ਿੰਮੇਵਾਰੀ, ਸੁਤੰਤਰਤਾ, ਹੈ ਨਾ, ਇੰਡੀਪੈਂਡੈਂਟ ਹੋਣੇ ਚਾਹੀਦੇ ਨੇ, ਉਹ ਅਨਬਾਇਸਡ ਕੰਮ ਕਰਨ, ਉਹ ਨਿਰਪੱਖ ਹੋ ਕੇ ਚੱਲਣ, ਹੈ ਨਾ, ਜ਼ਿੰਮੇਵਾਰੀ, ਰਿਸਪੌਂਸੀਬਲ ਤਰੀਕੇ ਨਾਲ ਕੰਮ ਕਰਨ, ਕਿਉਂਕਿ ਜਿਹੜਾ ਕੁਝ ਵੀ ਉਹ ਪਬਲਿਸ਼ ਕਰਦੇ ਨੇ ਉਹ ਆਮ ਲੋਕਾਂ ਦੇ ਕੋਲੇ ਪਹੁੰਚਣਾ, ਉਹ ਬਹੁਤ ਸਾਰੇ ਜਿਵੇਂ ਥਰੂ ਆਊਟ ਇੰਡੀਆ ਪਹੁੰਚਣਾ ਉਹ। ਸੋ ਉਹਨਾਂ ਨੂੰ ਉਹ ਆਪਣੀ ਰਿਸਪੌਂਸਿਬਿਲਿਟੀ ਸਮਝ ਕੇ ਸਹੀ ਚੀਜ਼ ਹੀ ਪਬਲਿਸ਼ ਕਰਨੀ ਚਾਹੀਦੀ ਹੈ, ਸਹੀ ਚੀਜ਼ ਲੋਕਾਂ ਕੋਲੇ ਲਿਜਾਣੀ ਚਾਹੀਦੀ ਆ। ਇਹ ਸਾਰੇ ਹੋ ਗਏ ਸਾਡੇ ਮੀਡੀਆ ਐਥਿਕਸ ਕਹਿੰਦੇ ਨੇ ਜਿਹਨੂੰ ਅਸੀਂ, ਜਾਂ ਕਹਿ ਦਈਏ ਮੀਡੀਆ ਨੈਤਿਕਤਾ। ਫਿਰ ਆਪਾਂ ਲਾਸਟ 'ਤੇ ਗੱਲ ਕਰਦੇ ਹਾਂ ਵੀ ਸਾਨੂੰ ਸਾਡੇ ਜਿਹੜੇ ਰਿਪੋਰਟਰਸ ਨੇ, ਜਿਹੜੇ ਸਾਡੇ ਰਿਪੋਰਟਰਸ ਨੇ, ਜਿਹੜੇ ਜਰਨਲਿਸਟਸ ਨੇ, ਉਹਨਾਂ ਦੀ ਸੇਫਟੀ ਵੀ ਇਨਸ਼ੋਰ ਕਰਨੀ ਚਾਹੀਦੀ, ਉਹਨਾਂ ਦੀ ਸੁਰੱਖਿਆ ਨੂੰ ਸਾਨੂੰ ਬਣਾ ਕੇ ਰੱਖਣਾ ਚਾਹੀਦਾ। ਉਹਨਾਂ ਦੀ ਸੁਰੱਖਿਆ ਵਾਸਤੇ ਸਾਨੂੰ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਨੇ ਸੋ ਦੈਟ ਜੇ ਕੋਈ ਕੰਮ ਗਲਤ ਹੋ ਰਿਹਾ ਤਾਂ ਉਹਨਾਂ ਨੂੰ ਬਿਨਾਂ ਕਿਸੇ ਡਰ ਤੋਂ ਗਲਤ ਨੂੰ ਗਲਤ ਕਹਿ ਸਕਣ ਉਹ। ਠੀਕ ਹੈ, ਉਹਨਾਂ ਨੂੰ ਇਹ ਨਾ ਡਰ ਹੋਵੇ ਕਿ ਜੇ ਮੈਂ ਉਸ ਚੀਜ਼ ਨੂੰ ਗਲਤ ਕਹਿ ਰਿਹਾ ਤਾਂ ਮੈਨੂੰ ਕੋਈ ਧਮਕੀ ਆ ਜੂ, ਜਾਂ ਮੇਰੇ ਪਰਿਵਾਰ ਨੂੰ ਕੋਈ ਨੁਕਸਾਨ ਹੋ ਜੂ, ਜਾਂ ਮੈਨੂੰ ਕੋਈ ਨੁਕਸਾਨ ਹੋ ਜੂ। ਠੀਕ ਹੈ, ਸੋ ਉਹਨੂੰ ਲਾਅ ਐਂਡ ਆਰਡਰ ਜਿਹੜਾ ਸਾਡਾ ਉਹਨੂੰ ਵੀ ਹੋਰ ਜ਼ਿਆਦਾ ਸਟਰੋਂਗ ਕਰਨਾ ਚਾਹੀਦਾ। ਤੇ ਇਹ ਸਾਡੇ ਮੁੱਦੇ ਸੀ ਜੋ ਸਾਡੇ ਫਰੀडम ਆਫ ਪ੍ਰੈਸ ਦੇ ਨਾਲ ਜੁੜੇ ਹੋਏ ਨੇ, ਜੋ ਆਪਾਂ ਪਹਿਲਾਂ ਪ੍ਰੀ ਦੇ ਪੁਆਇੰਟ ਆਫ ਵਿਊ ਤੋਂ ਕੁਝ ਪੁਆਇੰਟ ਤੁਹਾਡੇ ਨਾਲ ਡਿਸਕਸ ਕੀਤੇ ਨੇ, ਉਹ ਵੀ ਬਹੁਤ ਰੈਲੇਵੈਂਟ ਨੇ। ਪਲੱਸ ਇੱਕ ਮੇਨਸ ਦਾ ਜੋ ਕੁਐਸਚਨ ਹੈ, ਤੁਹਾਨੂੰ ਮੈਂ ਦਿੱਤਾ ਸੀ ਕੁਐਸਚਨ ਸਟਾਰਟਿੰਗ ਦੇ ਵਿੱਚ ਕਿ ਵਾਈ ਮੀਡੀਆ ਇਜ਼ ਕਾਲਡ ਦ 4th ਪਿਲਰ ਆਫ ਡੈਮੋਕ੍ਰੇਸੀ, ਉਹ ਤੁਹਾਨੂੰ ਦੱਸਤਾ। ਜੋ ਸਾਡੀ ਕਰੰਟ ਦੇ ਵਿੱਚ ਸਾਡੀ ਜੋ ਵਰਲਡ ਫਰੀडम ਪ੍ਰੈਸ ਇੰਡੈਕਸ ਦੇ ਵਿੱਚ ਜੋ ਇੰਡੀਆ ਦੀ ਰੈਂਕਿੰਗ ਆ ਉਹ ਤੁਹਾਡੇ ਨਾਲ ਡਿਸਕਸ ਕੀਤੀ ਆ। ਉਹਦੇ ਕੀ ਕਾਰਨ ਨੇ, ਕਿੰਨਾ ਕਾਰਨਾਂ ਕਰਕੇ ਸਾਡਾ ਰੈਂਕ ਪੂਅਰ ਆ, ਜਿਹਨੂੰ ਅਸੀਂ ਥ੍ਰੈਟਸ ਵੀ ਕਹਿ ਦਿੰਦੇ ਹਾਂ, ਤੇ ਉਹਨੂੰ ਅਸੀਂ ਕਿਵੇਂ ਸੋਲਵ ਕਰ ਸਕਦੇ ਹਾਂ, ਕਿਵੇਂ ਉਹ ਚੀਜ਼ਾਂ ਨੂੰ ਅਸੀਂ ਠੀਕ ਕਰ ਸਕਦੇ ਹਾਂ। ਸੋ ਇਹ ਪੂਰੇ ਦਾ ਪੂਰਾ ਇੱਕ ਆਨਸਰ ਤੁਹਾਡੇ ਕੋਲੇ, ਇੱਕ ਕੁਐਸਚਨ ਤੇ ਇੱਕ ਆਨਸਰ ਬਣ ਕੇ ਆ ਗਿਆ। ਸੋ ਮੇਕ ਸ਼ੋਰ ਕਿ ਤੁਸੀਂ ਸਾਰੇ ਬੱਚੇ ਇਹਦਾ ਆਨਸਰ ਲਿਖ ਕੇ ਜੋ ਸਕਰੀਨ ਦੇ ਨੀਚੇ ਨੰਬਰ ਫਲੈਸ਼ ਹੋ ਰਿਹਾ ਉਹਦੇ ਤੇ ਸਾਨੂੰ WhatsApp ਜਾਂ Telegram ਕਰੋ, ਤੇ ਕੱਲ ਨੂੰ ਜਿਵੇਂ ਜਿਵੇਂ ਸਾਡੇ ਕੋਲੇ ਆਨਸਰਸ ਆਉਣਗੇ ਆਪਾਂ ਜੋ ਉਹਨੂੰ ਤੁਹਾਡੇ ਆਨਸਰ ਚੈੱਕ ਕਰਕੇ ਉਹਨਾਂ ਦਾ ਫੀਡਬੈਕ ਤੁਹਾਨੂੰ ਪ੍ਰੋਵਾਈਡ ਕਰਾਂਗੇ। ਠੀਕ ਹੈ ਜੀ, ਸੋ ਥੈਂਕ ਯੂ ਜੀ। ਇਹ ਸਾਡਾ ਅੱਜ ਦਾ ਐਡੀਟੋਰੀਅਲ ਦਾ ਟੌਪਿਕ ਸੀ, ਤੇ ਕੱਲ ਨੂੰ ਜੋ ਹੋਰ ਇੰਪੋਰਟੈਂਟ ਟੌਪਿਕ ਹੋਊਗਾ ਉਹ ਆਪਾਂ ਡਿਸਕਸ ਕਰਾਂਗੇ। ਤੇ ਕੱਲ ਸਾਡੀ ਐਡੀਟੋਰੀਅਲ ਵਾਲੀ ਕਲਾਸ ਨਹੀਂ ਹੋਈ ਸੀ, ਉਹਦਾ ਕਾਰਨ ਇਹ ਸੀ ਵੀ ਕਈ ਵਾਰੀ ਕੋਈ ਰੈਲੇਵੈਂਟ ਆਰਟੀਕਲ ਵੀ ਨਹੀਂ ਮਿਲਦਾ, ਹੈ ਨਾ। ਸੋ ਇਸ ਕਰਕੇ ਜੇ ਆਪ ਕੋਸ਼ਿਸ਼ ਕਰਦੇ ਹਾਂ ਵੀ ਆਪਾਂ ਉਹੀ ਆਰਟੀਕਲ ਡਿਸਕਸ ਕਰੀਏ ਜਿਹੜੇ ਸਾਡੇ ਪੇਪਰ ਲਈ ਰੈਲੇਵੈਂਟ ਆ। ਇੱਥੇ ਆਪਾਂ ਤੁਹਾਡਾ ਟਾਈਮ ਵੇਸਟ ਨਹੀਂ ਕਰਨਾ ਚਾਹੁੰਦੇ ਵੀ ਕੋਈ ਵੀ ਆਰਟੀਕਲ ਤੁਹਾਡੇ ਨਾਲ ਡਿਸਕਸ ਕਰ ਲਾਂਗੇ। ਜਿਹੜਾ ਆਰਟੀਕਲ ਸਾਡੇ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਰੈਲੇਵੈਂਟ ਆ, ਜੇ ਕੋਈ ਉੱਦਾਂ ਦਾ ਆਰਟੀਕਲ ਮਿਲੂਗਾ ਤਾਂ ਆਪਾਂ ਕਲਾਸ ਕੰਡਕਟ ਕਰਾਂਗੇ, ਤੇ ਨਹੀਂ ਤਾਂ ਆਪਾਂ ਜੇ ਇੱਕ ਅੱਧਾ ਦਿਨ ਗੈਪ ਪੈ ਰਿਹਾ ਤਾਂ ਉਹਦੇ ਨਾਲ ਵੀ ਕੋਈ ਫਰਕ ਨਹੀਂ ਹੈ। ਬਟ ਜਿਹੜਾ ਕੋਈ ਇੰਪੋਰਟੈਂਟ ਆਰਟੀਕਲ ਆ ਉਹ ਆਪਾਂ ਇੱਥੇ ਜ਼ਰੂਰ ਤੁਹਾਡੇ ਲਈ ਡਿਸਕਸ ਕਰਾਂਗੇ। ਠੀਕ ਹੈ ਜੀ, ਥੈਂਕ ਯੂ ਜੀ। ਤੇ ਜ਼ਰੂਰ ਆਨਸਰ ਜੋ ਤੁਹਾਨੂੰ ਕੁਐਸਚਨ ਦਿੱਤਾ ਉਹ ਆਨਸਰ ਸਾਨੂੰ ਲਿਖ ਕੇ ਭੇਜਿਓ। ਤੇ ਟੈਲੀਗ੍ਰਾਮ ਚੈਨਲ ਆ ਜੋ ਸਾਡਾ ਮਲੂਕਾ IAS ਪੰਜਾਬ PCS, ਉੱਥੇ ਵੀ ਤੁਹਾਨੂੰ ਉਹ ਕੁਐਸਚਨ ਆ ਜਿਹੜਾ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਆਪਾਂ ਪੋਸਟ ਕਰ ਦਿਆਂਗੇ, ਤੇ ਕੱਲ ਨੂੰ ਸ਼ਾਮ ਤੱਕ ਸਾਨੂੰ ਆਨਸਰ ਲਿਖ ਕੇ WhatsApp ਤੇ ਜਾਂ Telegram ਤੇ ਸ਼ੇਅਰ ਕਰੋ ਜੀ। ਓਕੇ ਜੀ, ਥੈਂਕ ਯੂ ਵੈਰੀ ਮਚ।